ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਉਹ ਧਰਤੀ ਧੰਨ ਉਹ ਬਾਪੂ ਧੰਨ ਵਡਭਾਗੀ ਮਾਈ, ਢੰਗ ਜਿਉਣ ਦਾ ਜਿਸ ਦਾ ਪੁੱਤਰ ਦੱਸ ਗਿਆ ਸਦੀਆਂ ਤਾਈਂ। ਨਵਦਵੇਂ ਟਕਸਾਲ ਦੇ 14ਵੇਂ ਮੁਖੀ ਕਹਿਣੀ ਅਤੇ ਕਥਨੀ ਦੇ ਪੂਰੇ ਸੂਰੇ, ਸੂਰਬੀਰ ਬਚਨ ਕੇ ਬਲੀ ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਜਨਮ 2 ਜੂਨ 1947 ਈਸਵੀ ਨੂੰ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਰੋਡੇ ਵਿਖੇ ਪਿਤਾ ਬਾਪੂ ਜੋਗਿੰਦਰ ਸਿੰਘ ਜੀ ਅਤੇ ਮਾਤਾ ਨਿਹਾਲ ਕੌਰ ਜੀ ਦੀ ਕੁੱਖ ਤੋਂ ਹੋਇਆ। ਇਹ ਪਰਿਵਾਰ ਸ਼ੁਰੂ ਤੋਂ ਹੀ ਨਵਦਵੇਂ ਟਕਸਾਲ ਦੇ ਨਾਲ ਜੁੜਿਆ ਹੋਇਆ ਹੋਣ ਕਰਕੇ ਘਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਬਾਣੀ ਦਾ ਸੇਵਾ ਸਿਮਰਨ ਦਾ ਪਹਿਰਾ ਸੀ। ਸੋ ਬਚਪਨ ਤੋਂ ਹੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਗੁਰਬਾਣੀ ਦੀ ਲਾਗ ਆਪਣੇ ਪਰਿਵਾਰ ਦੇ ਵਿੱਚੋਂ ਹੀ ਲੱਗੀ। ਸਾਧ ਸੰਗਤ ਜੀ, ਤਕਰੀਬਨ 3 ਸਾਲ ਦੇ ਜਦੋਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਹੋਏ ਤਾਂ ਮਹਾਂਪੁਰਖਾਂ ਦੀ ਦਾਦੀ ਜੀ ਨੇ ਮਹਾਂਪੁਰਖਾਂ ਨੂੰ ਸੰਪੂਰਨ ਮੂਲ ਮੰਤਰ ਕੰਠ ਕਰਵਾ ਦਿੱਤਾ ਅਤੇ ਮੂਲ ਮੰਤਰ ਇੰਨਾ ਕੁ ਦ੍ਰਿੜ ਹੋ ਚੁੱਕਾ ਸੀ, ਜਦੋਂ ਵੀ ਮਹਾਂਪੁਰਖ ਵਿਹਲਾ ਸਮਾਂ ਹੁੰਦਾ ਵੱਧ ਤੋਂ ਵੱਧ ਮੂਲ ਮੰਤਰ ਦਾ ਅਭਿਆਸ ਕਰਿਆ ਕਰਦੇ। ਇਸ ਤੋਂ ਬਾਅਦ ਕੁਝ ਸਮਾਂ ਬਤੀਤ ਹੋਇਆ, ਕਿਉਂਕਿ ਰੋਡੇ ਨਗਰ ਦੇ ਵਿੱਚ ਹਰੇਕ ਸਾਲ ਹੀ ਫੱਗਣ ਦੇ ਮਹੀਨੇ ਦੇ ਵਿੱਚ ਨਵਦਵੇਂ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਥੇ ਦੇ ਸਮੇਤ ਆਇਆ ਕਰਦੇ ਅਤੇ ਬੜਾ ਲੰਮਾ ਸਮਾਂ ਨਗਰ ਦੇ ਵਿੱਚ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਉਦੋਂ ਘਰ ਦੇ ਵਿੱਚ ਰਹਿੰਦੇ ਹੋਏ ਛੋਟੇ ਹੁੰਦਿਆਂ ਤੋਂ ਹੀ ਸਾਧ ਸੰਗਤ ਜੀ ਮਹਾਂਪੁਰਖਾਂ ਦੀ ਸੰਗਤ ਮਾਣਨ ਦੇ ਵਾਸਤੇ ਜਾਇਆ ਕਰਦੇ। ਗੁਰਦੁਆਰਾ ਸਾਹਿਬ ਜਾ ਕਰਕੇ ਸੰਗਤਾਂ ਦੀ ਬੇਅੰਤ ਸੇਵਾ ਕਰਨੀ ਅਤੇ ਮਹਾਂਪੁਰਖਾਂ ਦੀ ਕਥਾ ਨੂੰ ਬੜੇ ਪ੍ਰੇਮ ਦੇ ਨਾਲ ਸਰਵਣ ਕਰਨਾ। ਸੋ ਇੱਕ ਦਿਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਸਕੂਲੋਂ ਆਏ। ਜਿਸ ਸਮੇਂ ਸਕੂਲ ਤੋਂ ਆਏ ਤੇ ਬਾਪੂ ਜੋਗਿੰਦਰ ਸਿੰਘ ਹੋਣਾ ਨੇ ਕਹਿਣ ਲੱਗੇ, ਜਰਨੈਲ ਸਿਆਂ, ਤੁਸੀਂ ਜਦੋਂ ਸਕੂਲੋਂ ਆਉਂਦੇ ਹੋ ਉਸ ਤੋਂ ਬਾਅਦ ਆਪਦੇ ਸਾਥੀਆਂ ਨਾਲ ਖੇਡਣ ਚਲੇ ਜਾਂਦੇ ਹੋ, ਪਰ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਥਾ ਦੇ ਵਿੱਚ ਸਾਖੀ ਸੁਣਾਉਂਦੇ ਹੈ ਕਿ ਜੇਕਰ ਕੋਈ ਗੁਰੂ ਕਾ ਸਿੱਖ ਰੋਜ਼ਾਨਾ 21 ਪਾਠ ਸ੍ਰੀ ਜਪਜੀ ਸਾਹਿਬ ਦੇ ਕਰੇ ਨਾ ਤਾਂ ਉਸ ਨੂੰ ਸਤਿਗੁਰੂ ਜੀ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੰਦੇ। ਤੁਸੀਂ ਜਿਹੜਾ ਵਿਹਲਾ ਸਮਾਂ ਹੁੰਦਾ ਉਹ ਖੇਡਣ ਦੀ ਬਜਾਏ ਗੁਰਬਾਣੀ ਦਾ ਪਾਠ ਕਰਿਆ ਕਰੋ। ਉਸ ਦਿਨ ਤੋਂ ਸਾਧ ਸੰਗਤ ਜੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਆਰੰਭ ਕੀਤੇ। ਪਹਿਲੇ ਦਿਨ 5 ਪਾਠ, ਹੌਲੀ ਹੌਲੀ 10 ਪਾਠ ਅਤੇ ਫਿਰ 21 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ। ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਰੋਜ਼ਾਨਾ ਦਾ ਨੇਮ ਬਣ ਗਿਆ। ਖਾਲਸਾ ਜੀ ਗੁਰਬਾਣੀ ਦੇ ਨਾਲ ਇੰਨਾ ਕੁ ਪ੍ਰੇਮ, 21 ਪਾਠਾਂ ਤੋਂ ਹੌਲੀ ਹੌਲੀ 51 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਅਤੇ ਫਿਰ 101 ਪਾਠ ਸ੍ਰੀ ਜਪਜੀ ਸਾਹਿਬ ਜੀ ਦਾ। ਇਹ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀਆਂ ਦਾ ਰੋਜ਼ਾਨਾ ਦਾ ਨਿਤਨੇਮ ਰਿਹਾ। ਇਸ ਤੋਂ ਇਲਾਵਾ 5 ਗ੍ਰੰਥੀ ਅਤੇ ਮਹੀਨੇ ਦੇ ਵਿੱਚ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਉਣਾ ਇਹ ਮਹਾਂਪੁਰਖਾਂ ਦਾ ਨੇਮ ਹੋਇਆ ਕਰਦਾ। ਖਾਲਸਾ ਜੀ ਗੁਰਬਾਣੀ ਦੇ ਨਾਲ ਕਿੰਨਾ ਕੁ ਪ੍ਰੇਮ ਸੀ ਮਹਾਂਪੁਰਖਾਂ ਦਾ। ਬਚਪਨ ਦੇ ਵਿੱਚ ਹੀ ਜਿੱਥੇ ਮਹਾਂਪੁਰਖ ਸਕੂਲੀ ਵਿੱਦਿਆ ਪੜ੍ਹਦੇ ਉੱਥੇ ਨਾਲ ਹੀ 5 ਗ੍ਰੰਥੀ ਸਮੁੱਚੀ ਮਹਾਂਪੁਰਖਾਂ ਨੇ ਜ਼ੁਬਾਨੀ ਕੰਠ ਕਰ ਲਏ। ਕੇਵਲ ਇੱਕ ਦਿਨ ਦੇ ਵਿੱਚ ਦੱਖਣੀ ਓਂਕਾਰ, ਇੱਕ ਦਿਨ ਦੇ ਵਿੱਚ ਸਿੱਧ ਗੋਸ਼ਟ, 13 ਦਿਨਾਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੀ ਗੁਰਬਾਣੀ ਅਤੇ ਕੇਵਲ 8 ਘੰਟਿਆਂ ਦੇ ਵਿੱਚ ਸ੍ਰੀ ਆਸਾ ਜੀ ਦੀ ਵਾਰ ਸੰਪੂਰਨ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਜ਼ੁਬਾਨੀ ਕੰਠ ਕਰ ਲਈ ਸੀ। ਇਹਨਾਂ ਗੁਰਬਾਣੀ ਦੇ ਨਾਲ ਮਹਾਂਪੁਰਖਾਂ ਦਾ ਲਗਾਅ ਅਤੇ ਇੰਨੀ ਤੀਖਣ ਬੁੱਧੀ ਦੇ ਮਾਲਕ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਸਨ। ਭਾਵਾਂ ਕਿ ਸਕੂਲੀ ਪੜ੍ਹਾਈ ਮਹਾਂਪੁਰਖਾਂ ਨੇ ਘੱਟ ਕੀਤੀ, ਕੇਵਲ ਪ੍ਰਾਇਮਰੀ ਤੱਕ 6ਵੀਂ ਜਮਾਤ ਤੱਕ ਮਹਾਂਪੁਰਖ ਸਕੂਲ ਗਏ, ਪਰ ਖਾਲਸਾ ਜੀ ਇੰਨੀ ਜ਼ਿਆਦਾ ਤੀਖਣ ਬੁੱਧੀ ਦੇ ਮਾਲਕ ਸਨ, ਇੰਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਂਪੁਰਖਾਂ ਦੇ ਉੱਤੇ ਕਿਰਪਾ ਸੀ। ਵੱਡੇ ਤੋਂ ਵੱਡੇ ਆਪਣੇ ਆਪ ਨੂੰ ਕਹਿਣ ਕਹਾਉਣ ਵਾਲੇ ਪ੍ਰੋਫੈਸਰ, ਵੱਡੇ ਤੋਂ ਵੱਡੇ ਵਕੀਲ ਵੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਸਾਹਮਣੇ ਆ ਕਰਕੇ ਨਿਰੁੱਤਰ ਹੋ ਜਾਂਦੇ ਸਨ। ਮਹਾਂਪੁਰਖ ਐਸੇ ਉਹਨਾਂ ਨੂੰ ਜਵਾਬ ਦਿਆ ਕਰਦੇ, ਭਾਵੇਂ ਜਿੰਨਾ ਮਰਜ਼ੀ ਕੋਈ ਪੜ੍ਹਿਆ ਲਿਖਿਆ ਹੁੰਦਾ, ਉਹਨਾਂ ਦਾ ਸੀਸ ਮਹਾਂਪੁਰਖਾਂ ਦੇ ਸਨਮੁਖ ਝੁਕ ਜਾਇਆ ਕਰਦਾ। ਐਸੀ ਸ਼ਖਸੀਅਤ ਦੇ ਮਾਲਕ ਮਹਾਂਪੁਰਖ ਸਨ। ਤੇ ਖਾਲਸਾ ਜੀ ਅੱਜ ਆਪਾਂ ਮਹਾਂਪੁਰਖਾਂ ਦੀ ਸ਼ਹਾਦਤ ਨੂੰ ਵੇਖਦੇ ਹਾਂ, ਪਰ ਇਸ ਸ਼ਹਾਦਤ ਦੇ ਪਿੱਛੇ ਜੋ ਇਬਾਦਤ ਹੈ, ਕਿਉਂਕਿ ਇਬਾਦਤ ਤੋਂ ਬਿਨਾਂ ਸ਼ਹਾਦਤ ਦੀ ਪ੍ਰਾਪਤੀ ਨਹੀਂ ਹੁੰਦੀ। ਮਹਾਂਪੁਰਖ ਬਚਪਨ ਤੋਂ ਲੈ ਕਰਕੇ ਜਿੱਥੇ ਗੁਰਬਾਣੀ ਦੇ ਨਾਲ ਜੁੜੇ ਸਨ, ਉੱਥੇ ਮਹਾਂਪੁਰਖਾਂ ਦੇ ਪਰਿਵਾਰ ਦੇ ਵਿੱਚੋਂ ਮਹਾਂਪੁਰਖਾਂ ਦੇ ਭਰਾ ਦੱਸਦੇ ਹੈ ਕਿ ਸਾਰਾ ਦਿਨ ਮਹਾਂਪੁਰਖਾਂ ਨੇ ਖੇਤਾਂ ਦੇ ਵਿੱਚ ਕੰਮ ਵੀ ਕਰਾਉਣਾ, ਨਾਲ ਨਾਲ ਗੁਰਬਾਣੀ ਦਾ ਪਾਠ ਵੀ ਕਰਨਾ।
ਸਭ ਤੋਂ ਵੱਧ ਕੰਮ ਕਰਿਆ ਕਰਦੇ, ਪਰ ਕਿਸੇ ਦੇ ਨਾਲ ਕੋਈ ਬੋਲਚਾਲ ਨਾ ਕਰਨਾ, ਕੰਠ ਗੁਰਬਾਣੀ ਦਾ ਪਾਠ ਕਰਦੇ ਰਹਿਣਾ। ਸੋ ਇਸ ਪ੍ਰਕਾਰ ਸਮਾਂ ਬਤੀਤ ਹੋਇਆ। ਜਥਾ 1965 ਈਸਵੀ ਦੇ ਵਿੱਚ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਰੋਡੇ ਨਗਰ ਦੇ ਵਿੱਚ ਆਏ ਨੇ, ਉਸ ਸਮੇਂ ਖਾਲਸਾ ਜੀ ਬਾਪੂ ਜੋਗਿੰਦਰ ਸਿੰਘ ਹੁਣਾਂ ਦੇ ਘਰੇ ਸਮੁੱਚੇ ਜਥੇ ਦਾ ਪ੍ਰਸ਼ਾਦੇ ਪਾਣੀ ਦਾ ਪ੍ਰੋਗਰਾਮ ਰੱਖਿਆ ਗਿਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਦੋਂ ਬਾਪੂ ਜੋਗਿੰਦਰ ਸਿੰਘ ਹੁਣਾਂ ਦੇ ਘਰੇ ਆਏ, ਕਹਿਣ ਲੱਗੇ, ਜੋਗਿੰਦਰ ਸਿੰਘਾ, ਤੁਹਾਡੇ ਕਿੰਨੇ ਪੁੱਤਰ ਨੇ? ਹੱਥ ਜੋੜ ਲਏ, ਕਹਿਣ ਲੱਗੇ, ਮਹਾਂਪੁਰਖੋ 7 ਪੁੱਤਰ ਸਤਿਗੁਰੂ ਸਾਹਿਬ ਨੇ ਬਖਸ਼ੇ ਹੈ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਹਿੰਦੇ ਫਿਰ ਇੱਕ ਪੁੱਤਰ ਤੁਸੀਂ ਸਾਨੂੰ ਦੇ ਦਿਓ। ਤੇ ਬਾਪੂ ਜੋਗਿੰਦਰ ਸਿੰਘ ਹੋਣੀ ਕਹਿੰਦੇ, ਮਹਾਂਪੁਰਖੋ ਜਿਹੜਾ ਵੀ ਆਪ ਜੀ ਨੂੰ ਚੰਗਾ ਲੱਗਦਾ ਉਸ ਨੂੰ ਆਪ ਜੀ ਲੈ ਜਾਓ। ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਸਾਧ ਸੰਗਤ ਜੀ 7 ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟੇ ਸਨ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ ਦ੍ਰਿਸ਼ਟੀ ਪਈ, ਕਹਿਣ ਲੱਗੇ, ਸਾਨੂੰ ਇਹ ਸਭ ਤੋਂ ਛੋਟਾ ਜਰਨੈਲ ਸਿੰਘ ਤੁਸੀਂ ਦੇ ਦਿਓ। ਉਸ ਸਮੇਂ 1965 ਈਸਵੀ ਦੇ ਵਿੱਚ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਆਪ ਸਾਧ ਸੰਗਤ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਜਥੇ ਦੇ ਵਿੱਚ ਲੈ ਕਰਕੇ ਆਏ। ਪਿੰਡਰ ਕਲਾਂ ਵਿਖੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਲਿਆਂਦਾ ਗਿਆ। ਇੱਥੇ ਰਹਿ ਕਰਕੇ ਸੰਤ ਕਰਤਾਰ ਸਿੰਘ ਜੀ ਪ੍ਰੇਮੀ ਜੀ, ਤਿੰਨਾਂ ਦੇ ਕੋਲੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਸਮੁੱਚੀ ਸੰਥਿਆ ਤਿੰਨਾਂ ਤੋਂ ਗੁਰਬਾਣੀ ਦੀ ਪ੍ਰਾਪਤ ਕਰਨਾ ਕੀਤੀ। ਸੋ ਇਸ ਪ੍ਰਕਾਰ 1965 ਈਸਵੀ ਤੋਂ ਲੈ ਕਰਕੇ 1977 ਈਸਵੀ ਤੱਕ ਇੱਕ ਵਿਦਿਆਰਥੀ ਦੇ ਜੀਵਨ ਦੇ ਤੌਰ ਦੇ ਉੱਤੇ ਮਹਾਂਪੁਰਖਾਂ ਨੇ ਦਮਦਮੀ ਟਕਸਾਲ ਦੇ ਵਿੱਚ ਰਹਿ ਕਰਕੇ ਜਿੱਥੇ ਗੁਰਬਾਣੀ ਦੀ, ਗੁਰ ਇਤਿਹਾਸ ਦੀ, ਕਥਾ ਦੀ ਸੰਥਿਆ ਪ੍ਰਾਪਤ ਕੀਤੀ, ਉੱਥੇ ਬੇਅੰਤ ਸੇਵਾਵਾਂ ਕੀਤੀਆਂ। ਇੰਨਾ ਕੁ ਜ਼ਿਆਦਾ ਗੁਰਬਾਣੀ ਦਾ ਅਭਿਆਸ ਜਥੇ ਦੇ ਵਿੱਚ ਰਹਿ ਕਰਕੇ ਮਹਾਂਪੁਰਖ ਕਰਦੇ ਰਹੇ ਕਿ ਮਹਾਂਪੁਰਖਾਂ ਦਾ ਨਾਮ ਜਥੇ ਦੇ ਵਿੱਚ ਅਭਿਆਸੀ ਕਰਕੇ ਜਾਣਿਆ ਜਾਂਦਾ ਸੀ। ਜਰਨੈਲ ਸਿੰਘ ਅਭਿਆਸੀ ਕਿਹਾ ਜਾਂਦਾ ਸੀ ਮਹਾਂਪੁਰਖਾਂ ਨੂੰ, ਕਿਉਂਕਿ ਖਾਲਸਾ ਜੀ ਜੇਕਰ ਇੰਨਾ ਜ਼ਿਆਦਾ ਅਭਿਆਸ ਸੀ ਨਾ ਮਹਾਂਪੁਰਖਾਂ ਦਾ, ਤਾਂ ਹੀ ਸਮੇਂ ਦੀ ਜਾਬਰ ਅਤੇ ਜ਼ਾਲਮ ਹਕੂਮਤ ਦੇ ਨਾਲ ਮਹਾਂਪੁਰਖਾਂ ਨੇ ਮੱਥਾ ਲਾਇਆ। ਸੋ ਇਸ ਪ੍ਰਕਾਰ ਮਹਾਂਪੁਰਖਾਂ ਨੂੰ ਜਥੇ ਦੇ ਵਿੱਚ ਅਭਿਆਸੀ ਵਜੋਂ ਜਾਣਿਆ ਜਾਂਦਾ। 22 ਘੰਟੇ ਲਗਾਤਾਰ ਮਹਾਂਪੁਰਖ ਗੁਰਬਾਣੀ ਦਾ ਅਭਿਆਸ ਕਰਦੇ ਰਹਿੰਦੇ। ਰਾਤ ਨੂੰ ਕੇਵਲ 2 ਘੰਟੇ ਸਰੀਰ ਦੇ ਉੱਤੇ ਚਾਦਰਾ ਲੈ ਕਰਕੇ ਵਿਸ਼ਰਾਮ ਕਰਦੇ, ਉਹ ਵੀ 2 ਘੰਟੇ ਵੀ ਜਾਗਦੇ ਹੀ ਰਹਿੰਦੇ। ਖਾਲਸਾ ਜੀ ਇੱਕ ਦਿਨ ਦੀ ਘਟਨਾ ਮਹਾਂਪੁਰਖਾਂ ਦੇ ਵੱਡੇ ਭਰਾਤਾ ਭਾਈ ਵੀਰ ਸਿੰਘ ਜੀ ਸੁਣਾਉਂਦੇ ਸੀ। ਕਹਿੰਦੇ ਇੱਕ ਦਿਨ ਘਰ ਦੇ ਵਿੱਚ ਜਿਸ ਕੋਠੇ ਦੇ ਸੰਤ ਜੀ ਸੌਂਇਆ ਕਰਦੇ, ਉੱਥੇ ਜੋ ਆਸਣ ਲੱਗਿਆ ਹੋਇਆ, ਉਸ ਆਸਣ ਦੇ ਉੱਤੋਂ ਅਸੀਂ ਚਾਦਰੀ ਚੁੱਕ ਕਰਕੇ ਵੇਖੀ ਤਾਂ ਕੀ ਵੇਖਿਆ, ਥੱਲੇ ਛੋਟੇ ਛੋਟੇ ਰੋੜ ਪਏ ਹੋਏ ਸਨ। ਕਿੱਕਰਾਂ ਦੀਆਂ ਸੂਲਾਂ ਪਈਆਂ ਹੋਈਆਂ ਸਨ। ਜਿੱਥੇ ਮਹਾਂਪੁਰਖ ਸੌਂਦੇ ਉੱਥੇ ਵੀ ਥੱਲੇ ਰੋੜ ਵਿਛਾਏ ਹੋਏ ਸਨ ਕਿ ਕਿਧਰੇ ਨੀਂਦ ਨਾ ਆ ਜਾਵੇ, ਸਾਨੂੰ ਵਾਹਿਗੁਰੂ ਦੀ ਯਾਦ ਨਾ ਭੁੱਲੇ। ਸੋ ਇੰਨਾ ਜ਼ਿਆਦਾ ਨੇਮ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀਆਂ ਦਾ ਰਿਹਾ। ਖਾਲਸਾ ਜੀ 1977 ਈਸਵੀ ਤੱਕ ਜਥੇ ਸੰਗਤ ਦੇ ਵਿੱਚ ਵਿਦਿਆਰਥੀ ਦੇ ਤੌਰ ਦੇ ਉੱਤੇ ਵਿਚਰਦੇ ਰਹੇ। 1977 ਈਸਵੀ ਨੂੰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖ ਜਿਸ ਸਮੇਂ ਸੱਚਖੰਡ ਪਿਆਨਾ ਕਰ ਗਏ, ਉਸ ਤੋਂ ਬਾਅਦ ਦਮਦਮੀ ਟਕਸਾਲ ਦੀ ਦਸਤਾਰਬੰਦੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਹੋਈ। 1977 ਈਸਵੀ ਤੋਂ ਲੈ ਕਰਕੇ ਜੂਨ 1984 ਤੱਕ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਜੋ ਸੇਵਾਵਾਂ ਨਿਭਾਈਆਂ, ਜੋ ਖਾਲਸਾ ਜੀ ਮਹਾਂਪੁਰਖਾਂ ਦੀ ਪੰਥ ਨੂੰ ਦੇਣ ਹੈ, ਉਸ ਤੋਂ ਆਪਾਂ ਸਾਰੇ ਬਾਖੂਬੀ ਜਾਣਕਾਰ ਹਾਂ। ਐਸੀ ਮਹਾਂਪੁਰਖਾਂ ਦੀ ਪੰਥ ਨੂੰ ਦੇਣ ਹੈ ਜਿਨ੍ਹਾਂ ਦੇ ਪਰਥਾਏ ਬੜੇ ਸੁੰਦਰ ਕਿਸੇ ਕਵੀ ਦੇ ਵਚਨ ਹੈ। ਕਹਿਣ ਲੱਗਾ, ਖੁਦਾ ਤੁਮਕੋ ਨਹੀਂ ਕਹਤੇ ਮਗਰ ਸ਼ਾਨ-ਏ ਖੁਦਾ ਤੁਮ, ਕਿ ਮਹਾਂਪੁਰਖੋ ਤੁਹਾਡਾ ਜੋ ਰੁਤਬਾ ਹੈ ਨਾ, ਉਹ ਰੱਬ ਦੇ ਵਰਗਾ ਹੈ। ਖਾਲਸਾ ਜੀ ਇੰਨਾ ਪ੍ਰੇਮ ਆਪਦੀ ਕੌਮ ਦੇ ਨਾਲ ਜਦੋਂ 1982 ਦੇ ਵਿੱਚ ਧਰਮ ਯੁੱਧ ਮੋਰਚਾ ਮਹਾਂਪੁਰਖਾਂ ਨੇ ਆਰੰਭ ਕੀਤਾ, ਜਿੱਥੇ ਧਰਮ ਦੇ ਹਿੱਤ ਮਹਾਂਪੁਰਖਾਂ ਨੇ ਉਹਦੇ ਵਿੱਚ ਮੰਗਾਂ ਮੰਨੀਆਂ ਸਨ, ਕਿਉਂਕਿ ਜੋ ਅਨੰਦਪੁਰ ਸਾਹਿਬ ਦਾ ਮਤਾ ਜਿਸ ਨੂੰ ਕਿਹਾ ਜਾਂਦਾ, ਉਹਦੇ ਵਿੱਚ 18 ਮੰਗਾਂ ਮਹਾਂਪੁਰਖਾਂ ਨੇ ਮੰਗੀਆਂ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਇਹ ਮੰਗ ਸੀ ਕਿ ਤਕਰੀਬਨ 94% ਸਿੱਖਾਂ ਦੀਆਂ ਕੁਰਬਾਨੀਆਂ ਨੇ ਆਜ਼ਾਦੀ ਵਾਸਤੇ, ਇਸ ਕਰਕੇ ਪੰਜਾਬੀ ਸੂਬੇ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ। ਅਤੇ ਜਿਸ ਮੁੱਦੇ ਦੇ ਵਾਸਤੇ ਅੱਜ ਆਪਣੇ ਕਿਸਾਨ ਵੀਰ ਦਿੱਲੀ ਵਿਖੇ ਧਰਨੇ ਲਾ ਕੇ ਬੈਠੇ ਹੈ, ਉਸ ਸਮੇਂ ਦੇ ਵਿੱਚ ਮਹਾਂਪੁਰਖਾਂ ਨੇ ਇਹ ਵੀ ਮੰਗ ਉਠਾਈ ਸੀ ਕਿ ਜੋ ਪੰਜਾਬ ਦੀਆਂ ਫਸਲਾਂ ਦਾ ਰੇਟ ਹੈ ਨਾ, ਉਹ ਪੰਜਾਬ ਸਰਕਾਰ ਹੀ ਤੈਅ ਕਰੇਗੀ, ਕੇਂਦਰ ਦੀ ਸਰਕਾਰ ਇਹਦੇ ਵਿੱਚ ਦਖਲ ਨਹੀਂ ਦੇ ਸਕਦੀ। ਜੋ ਪਾਣੀਆਂ ਦਾ ਮੁੱਦਾ,
ਉਹ ਹੀ ਮਹਾਂਪੁਰਖਾਂ ਨੇ ਚੁੱਕਿਆ ਸੀ ਕਿ ਜੋ ਪੰਜਾਬ ਦਾ ਪਾਣੀ ਹੈ ਉਹ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਪ੍ਰਾਪਤ ਹੋਵੇ, ਫਿਰ ਦੂਸਰਿਆਂ ਸੂਬਿਆਂ ਨੂੰ ਦਿੱਤਾ ਜਾਵੇ। ਸੋ ਖਾਲਸਾ ਜੀ 18 ਮੰਗਾਂ ਜਿਹੜੀਆਂ ਕੌਮ ਦੇ ਅਤੇ ਪੰਜਾਬ ਦੇ ਹੱਕ ਦੇ ਵਿੱਚ ਸਨ ਉਹ ਮਹਾਂਪੁਰਖਾਂ ਨੇ ਮੰਗੀਆਂ, ਪਰ ਜੋ ਸੱਚ ਹੈ ਨਾ ਉਹ ਸਦਾ ਵਾਸਤੇ ਹਕੂਮਤਾਂ ਨੂੰ ਚੁਭਦਾ ਹੁੰਦਾ। ਸੋ ਇਸ ਲਈ ਅਨੇਕਾਂ ਤਰ੍ਹਾਂ ਦੀਆਂ ਵਿਉਂਤਾਂ ਬਣਾਈਆਂ ਗਈਆਂ ਅਤੇ ਜੂਨ 1984 ਨੂੰ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤਿੰਨਾਂ ਦੇ ਸਮੇਤ ਹੋਰ ਬੇਅੰਤ ਸ਼ਹੀਦ ਸਿੰਘ ਸਿੰਘਣੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿਸ਼ਾਨਾ ਬਣਾਇਆ ਗਿਆ। ਸਮੇਂ ਦੀ ਜਾਬਰ ਅਤੇ ਜ਼ਾਲਮ ਹਕੂਮਤ ਦੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਾਲਸਾ ਜੀ ਅਟੈਕ ਕੀਤਾ ਗਿਆ। ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ, ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਜੀ, ਜਨਰਲ ਸ਼ੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਸਮੇਤ ਅਨੇਕਾਂ ਸਿੰਘ ਸਿੰਘਣੀਆਂ ਦੇ ਸਮੇਤ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਾਖੀ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਖਾਲਸਾ ਜੀ ਸ਼ਹਾਦਤ ਦਾ ਜਾਮ ਪੀ ਗਏ। ਸੋ ਐਸੇ ਮਹਾਂਪੁਰਖ ਜਿਨ੍ਹਾਂ ਦੀ ਕਰਨੀ ਦੇ ਅਤੇ ਕਥਨੀ ਦੇ ਵਿੱਚ ਕੋਈ ਅੰਤਰ ਨਹੀਂ, ਜੋ ਮਹਾਂਪੁਰਖ ਕਿਹਾ ਕਰਦੇ ਉਹ ਖਾਲਸਾ ਜੀ ਮਹਾਂਪੁਰਖਾਂ ਨੇ ਕਰਕੇ ਵਿਖਾਇਆ। ਅੱਜ ਤੱਕ ਜਿੰਨਾ ਚਿਰ ਮਹਾਂਪੁਰਖ ਸਰੀਰ ਕਰਕੇ ਰਹੇ ਉਹਨਾਂ ਚਿਰ ਮਹਾਂਪੁਰਖਾਂ ਦੇ ਬਚਨਾਂ ਤੋਂ, ਮਹਾਂਪੁਰਖਾਂ ਤੋਂ ਸਰਕਾਰ ਡਰਦੀ ਸੀ। ਅੱਜ ਖਾਲਸਾ ਜੀ ਉਹਨਾਂ ਮਹਾਂਪੁਰਖਾਂ ਦੀ ਤਸਵੀਰ ਤੋਂ ਵੀ ਲੋਕ ਡਰਦੇ ਆ। ਖਾਲਸਾ ਜੀ ਮਹਾਂਪੁਰਖਾਂ ਦੀ ਤਸਵੀਰ ਤੋਂ ਵੀ ਅੱਜ ਜਿਹੜੀ ਸਰਕਾਰ ਨੇ ਭੈਭੀਤ ਹੋ ਜਾਂਦੀ ਹੈ, ਕਿਉਂਕਿ ਵੇਖੋ ਆਪਾਂ ਵੇਖਦੇ ਹਾਂ ਅੱਜ ਕੱਲ੍ਹ ਹਰ ਇੱਕ ਨੌਜਵਾਨ ਦੇ ਫੋਨ ਦੇ ਉੱਤੇ, ਗੱਡੀਆਂ ਦੇ ਉੱਤੇ, ਘਰਾਂ ਦੇ ਵਿੱਚ ਮਹਾਂਪੁਰਖਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਸੋ ਕਿਸੇ ਸਿੱਖ ਦੇ ਬੜੇ ਸੋਹਣੇ ਬਚਨ ਹੈ, ਕਹਿਣ ਲੱਗਾ ਜਿਹੜੇ ਜਿਉਂਦੇ ਜੀ ਵਿਕ ਜਾਂਦੇ ਹੈ ਨਾ, ਜਿਨ੍ਹਾਂ ਨੇ ਜਿਉਂਦੇ ਜੀ ਆਪਦੀਆਂ ਜ਼ਮੀਰਾਂ ਵੇਚ ਦਿੱਤੀਆਂ ਨੇ, ਉਹਨਾਂ ਨੂੰ ਮਰਨ ਤੋਂ ਬਾਅਦ ਕੋਈ ਵੀ ਪੁੱਛਦਾ ਨਹੀਂ, ਪਰ ਮਹਾਂਪੁਰਖਾਂ ਨੇ ਖਾਲਸਾ ਜੀ ਜਿਉਂਦੇ ਜੀ ਆਪਦੇ ਇਮਾਨ ਨੂੰ ਡਿੱਗਣ ਨਹੀਂ ਸੀ ਦਿੱਤਾ। ਜਨਰਲ KPS ਬਰਾੜ ਲਿਖਦਾ ਹੈ ਆਪਦੀ ਕਿਤਾਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦਾ ਰੀਅਲ ਸਟੋਰੀ ਦੇ ਵਿੱਚ, ਉਹ ਕਹਿੰਦਾ ਜਿਸ ਸਮੇਂ ਅਟੈਕ ਹੋਣਾ ਸੀ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਮਹਾਂਪੁਰਖਾਂ ਨੂੰ ਪੇਸ਼ਕਸ਼ ਕੀਤੀ ਸੀ ਕਿ ਤੁਸੀਂ 1 ਅਰਬ ਅਮਰੀਕੀ ਡਾਲਰ ਲੈ ਲਓ ਜਾਂ ਕਿਸੇ ਵੀ ਯੂਰਪ ਦੇ ਦੇਸ਼ ਦੇ ਵਿੱਚ ਕਹੋ, ਉੱਥੋਂ ਦੀ ਤੁਹਾਨੂੰ ਸਿਟੀਜ਼ਨਸ਼ਿਪ ਦੇ ਦਿੰਦੇ ਆ, ਪਰ ਤੁਸੀਂ ਇਹਨਾਂ ਮੰਗਾਂ ਨੂੰ ਛੱਡ ਦਿਓ, ਤੁਸੀਂ ਪੰਜਾਬ ਦੇ ਹੱਕਾਂ ਦੀ ਖਾਤਰ ਜੋ ਆਵਾਜ਼ ਬੁਲੰਦ ਕੀਤੀ ਹੈ ਨਾ ਇਸ ਨੂੰ ਤਿਆਗ ਦਿਓ। ਪਰ ਮਹਾਂਪੁਰਖ ਖਾਲਸਾ ਜੀ ਕਿਸੇ ਵੀ ਲਾਲਚ ਦੇ ਵਿੱਚ ਨਹੀਂ ਆਏ। ਮਹਾਂਪੁਰਖਾਂ ਨੇ ਜਿਉਂਦੇ ਜੀ ਆਪਦੀ ਜ਼ਮੀਰ ਨਹੀਂ ਵੇਚਣ ਦਿੱਤੀ। ਅੱਜ ਵੇਖੋ ਉਹਨਾਂ ਮਹਾਂਪੁਰਖਾਂ ਦੀਆਂ ਤਸਵੀਰਾਂ ਵਿਕਦੀਆਂ ਨੇ, ਨੌਜਵਾਨਾਂ ਦੇ ਦਿਲਾਂ ਦੇ ਉੱਤੇ ਮਹਾਂਪੁਰਖਾਂ ਦੀ ਤਸਵੀਰ ਉਕਰ ਗਈ ਹੈ। ਖਾਲਸਾ ਜੀ ਇੱਕ ਘਟਨਾ ਜਿਹਦਾ ਮੈਂ ਜ਼ਿਕਰ ਕਰਨਾ ਆਪ ਜੀ ਦੇ ਨਾਲ ਜ਼ਰੂਰੀ ਸਮਝਦਾ। ਇੱਕ ਸਿੰਘ ਉਹਨੇ ਆਪਣੀ ਇਹ ਘਟਨਾ ਦੱਸੀ, ਕਹਿੰਦਾ ਪਹਿਲਾਂ ਮੈਂ ਬਹੁਤ ਜ਼ਿਆਦਾ ਨਸ਼ੇੜੀ ਹੋਇਆ ਕਰਦਾ, ਬਹੁਤ ਜ਼ਿਆਦਾ ਨਸ਼ੇ ਕਰਦਾ ਸੀ, ਪਰ ਇੱਕ ਦਿਨ ਕੀ ਭਾਣਾ ਵਾਪਰਿਆ, ਕਿਤੇ ਕਿਸੇ ਮੇਲੇ ਦੇ ਉੱਤੇ ਗਿਆ, ਉੱਥੇ ਕੈਲੰਡਰ ਲੱਗੇ ਹੋਏ, ਬੜੇ ਲੋਕੀ ਉਸ ਕੈਲੰਡਰ ਨੂੰ ਖਰੀਦ ਰਹੇ ਸਨ। ਉਸ ਕੈਲੰਡਰ ਦੇ ਉੱਤੇ ਇੱਕ ਬਾਬੇ ਦੀ ਫੋਟੋ ਲੱਗੀ ਹੋਈ ਸੀ। ਤਾਂ ਮੈਂ ਵੀ ਕਹਿਣ ਲੱਗਾ ਕਿ ਉਸ ਕੈਲੰਡਰ ਨੂੰ ਲੈ ਆਇਆ, ਆਪਣੇ ਕਮਰੇ ਦੇ ਵਿੱਚ ਲਿਆ ਕਰਕੇ ਲਾ ਦਿੱਤਾ। ਕਹਿੰਦਾ ਜਦੋਂ ਮੈਂ ਬਾਹਰ ਅੰਦਰ ਜਾਣਾ ਉਸ ਤਸਵੀਰ ਨੂੰ ਵੇਖਣਾ, ਕੁਝ ਕੁ ਦਿਨਾਂ ਦੇ ਵਿੱਚ ਮੈਨੂੰ ਇਉਂ ਮਹਿਸੂਸ ਹੋਣ ਲੱਗਾ ਜਿਵੇਂ ਉਹ ਤਸਵੀਰ ਵਾਲਾ ਜਿਹੜਾ ਬਾਬਾ ਹੈ ਨਾ ਉਹ ਮੈਨੂੰ ਕੁਝ ਕਹਿ ਰਿਹਾ ਹੋਵੇ। ਕਹਿੰਦਾ ਮੈਨੂੰ ਉਹਨਾਂ ਦਾ ਨਾਮ ਵੀ ਨਹੀਂ ਸੀ ਪਤਾ। ਕਿਸੇ ਤੋਂ ਪੁੱਛਿਆ ਕਿ ਇਹ ਕੌਣ ਨੇ, ਉਹ ਕਹਿੰਦੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹਨ। ਉਹ ਸਿੰਘ ਦੱਸਦਾ, ਕਹਿੰਦਾ ਮੈਂ ਪਤਿਤ ਸੀ, ਕਲੀਨ ਸ਼ੇਵ ਸਾਂ, ਨਸ਼ੇ ਵੀ ਬਹੁਤ ਕਰਦਾ ਸੀ, ਪਰ ਤਸਵੀਰ ਦਾ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਪਿਆ। ਮੈਂ ਜਾ ਕਰਕੇ ਸੰਤ ਜੀ ਦੀ ਜੀਵਨੀ ਲੈ ਕਰਕੇ ਆਉਂਦੀ। ਕਹਿੰਦਾ ਜਦੋਂ ਜੀਵਨੀ ਲਿਆਂਦੀ, ਜੀਵਨੀ ਨੂੰ ਮੈਂ ਲਿਆ ਕਰਕੇ ਪੜ੍ਹਿਆ, ਐਸਾ ਮਹਾਂਪੁਰਖਾਂ ਦੇ ਜੀਵਨ ਦਾ ਮੇਰੇ ਉੱਤੇ ਅਸਰ ਹੋਇਆ ਕਿ ਮੈਂ ਖੰਡੇ ਦੀ ਪੌਲ ਪ੍ਰਾਪਤ ਕੀਤੀ। ਖਾਲਸਾ ਜੀ ਵੇਖੋ ਮਹਾਂਪੁਰਖ ਜਿਉਂਦੇ ਜੀ ਵੀ ਬੇਅੰਤ ਪ੍ਰਾਣੀਆਂ ਨੂੰ ਗੁਰੂ ਕੇ ਲੜ ਮਹਾਂਪੁਰਖਾਂ ਨੇ ਲਾਇਆ, ਪਰ ਸ਼ਹਾਦਤ ਤੋਂ ਮਗਰੋਂ ਵੇਖੋ ਤਸਵੀਰ ਦੇ ਵਿੱਚ ਵੀ ਇੰਨਾ ਜ਼ਿਆਦਾ ਪ੍ਰਭਾਵ ਕਿ ਮਹਾਂਪੁਰਖਾਂ ਦਾ ਸਰੂਪ ਵੀ, ਤਸਵੀਰ ਵੀ, ਮਹਾਂਪੁਰਖਾਂ ਦੀ ਜੀਵਨੀ ਵੀ ਅੱਜ ਕੱਲ੍ਹ ਅਨੇਕਾਂ ਨੌਜਵਾਨਾਂ ਦੇ ਜੀਵਨ ਨੂੰ ਪਲਟ ਰਹੀ ਹੈ। ਸੋ ਖਾਲਸਾ ਜੀ ਉਹ ਸਿੰਘ ਨੇ ਅੰਮ੍ਰਿਤ ਪਾਨ ਕਰਕੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ, ਕਥਾ ਸਿੱਖੀ। ਅੱਜ ਉਹ ਸਿੰਘ ਕੈਨੇਡਾ ਦੇ ਵਿੱਚ ਖਾਲਸਾ ਜੀ ਗੁਰਬਾਣੀ ਦਾ ਪ੍ਰਚਾਰ ਕਰ ਰਿਹਾ। ਸੋ ਇਸ ਪ੍ਰਕਾਰ ਐਸੇ ਮਹਾਂਪੁਰਖ ਜਿਹੜੇ ਸੂਰਬੀਰ ਬਚਨ ਕੇ ਬੜੇ, ਐਸੇ ਮਹਾਂਪੁਰਖ ਜਿਨ੍ਹਾਂ ਨੇ ਜੋ ਵੀ ਬਚਨ ਕੀਤੇ ਹੈ ਨਾ ਉਹ ਖਾਲਸਾ ਜੀ ਕਮਾ ਕਰਕੇ ਸਾਰਿਆਂ ਨੂੰ ਦਿਖਾਏ ਹੈ। ਸੋ ਐਸੇ ਮਹਾਂਪੁਰਖਾਂ ਦੇ ਚਰਨਾਂ ਦੇ ਉੱਤੇ ਬਾਰੰਬਾਰ ਨਮਸਕਾਰ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ,
ਮਹਾਂਪੁਰਖਾਂ ਦੇ ਸ਼ਹੀਦੀ ਦਿਹਾੜੇ ਆ ਰਹੇ ਨੇ। 6 ਜੂਨ ਨੂੰ ਸਮੁੱਚੇ ਪੰਥ ਦੇ ਵੱਲੋਂ ਜੂਨ 1984 ਘੱਲੂਘਾਰੇ ਦੇ ਸੰਬੰਧ ਦੇ ਵਿੱਚ ਜੋ ਸਮਾਗਮ ਕੀਤੇ ਜਾ ਰਹੇ ਹੈ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਸਮਾਗਮ ਹੁੰਦੇ ਹੈ। ਉਪਰੰਤ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਹੈੱਡਕੁਆਟਰ ਦਮਦਮੀ ਟਕਸਾਲ ਵਿਖੇ 6 ਜੂਨ ਨੂੰ ਮਹਾਨ ਸਮਾਗਮ ਸੱਜਦੇ ਹੈ। ਆਪ ਜੀ ਨੂੰ ਬੇਨਤੀ ਹੈ, ਸਮੁੱਚਾ ਹੀ ਸ਼ਹੀਦੀ ਹਫ਼ਤਾ 1 ਜੂਨ ਤੋਂ ਲੈ ਕਰਕੇ 6 ਜੂਨ ਤੱਕ ਵੱਧ ਤੋਂ ਵੱਧ ਆਪਾਂ ਗੁਰਬਾਣੀ ਦੇ ਪਾਠ ਕਰੀਏ, ਸਤਿਗੁਰੂ ਸਾਹਿਬ ਜੀ ਦੇ ਸਾਨੂੰ ਅਰਦਾਸਾਂ ਬੇਨਤੀਆਂ ਕਰੀਏ ਅਤੇ 6 ਜੂਨ ਵਾਲੇ ਦਿਨ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।